ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਚਾਰ ਲੜੀ ਸੂਰਜ ਪ੍ਰਕਾਸ਼ ਗ੍ਰੰਥ ਤੋਂ ਜੋ ਚੱਲ ਰਹੀ ਹੈ। ਅਸੀਂ ਪਿਛਲੀ ਵੀਡੀਓ ਵਿੱਚ ਵਿਚਾਰ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ, ਗੁਰੂ ਗੋਬਿੰਦ ਰਾਏ ਨੂੰ ਦੇਵੀ ਚੰਡੀ ਪ੍ਰਗਟ ਕਰਨੀ ਕਿਉਂ ਪਈ। ਅਸੀਂ ਇੱਥੋਂ ਤੱਕ ਪੁੱਜੇ ਸੀ ਕਿ ਕੇਸ਼ਵ ਦਾਸ ਜੋ ਬ੍ਰਾਹਮਣ ਬਨਾਰਸ ਦੇ ਰਹਿਣ ਵਾਲਾ ਸੀ, ਉਹ ਸਵੱਬ ਨਾਲ ਹੀ ਅਨੰਦਪੁਰ ਸਾਹਿਬ ਆਇਆ ਸੀ ਅਤੇ ਉਸ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ, ਗੁਰੂ ਗੋਬਿੰਦ ਰਾਏ ਜੀ ਨੇ ਭੇਂਟ ਵਾਰਤਾ ਕੀਤੀ। ਉਹ ਗੁਰੂ ਦੇ ਚਰਨਾਂ ਵਿੱਚ ਆ ਕੇ ਉਸਨੇ ਨਾਰੀਅਲ ਭੇਟ ਕੀਤਾ ਅਤੇ ਅਸ਼ੀਰਵਾਦ ਦਿੱਤਾ। ਗੱਲਬਾਤ ਸ਼ੁਰੂ ਹੋਈ। ਗੁਰੂ ਗੋਬਿੰਦ ਸਿੰਘ ਜੀ, ਗੁਰੂ ਗੋਬਿੰਦ ਰਾਏ ਜੀ ਉਹਨਾਂ ਨੂੰ ਕਹਿਣ ਲੱਗੇ ਕਿ ਮੈਂ ਜੋ ਵਿਚਾਰ ਕੀਤੀ ਹੈ, ਗੁਰੂ ਜੀ ਨੇ ਕੇਸ਼ਵ ਦਾਸ ਨੂੰ ਕਿਹਾ ਅਸੀਂ ਵੀ ਚੰਡੀ ਨੂੰ ਪ੍ਰਗਟ ਕਰਨਾ ਚਾਹੁੰਦੇ ਹਾਂ। ਕੇਸ਼ਵ ਦਾਸ ਕਹਿੰਦਾ ਠੀਕ ਹੈ, ਚੰਡੀ ਨੂੰ ਪ੍ਰਗਟ ਕਰਨਾ ਤੇ ਚੰਗੀ ਗੱਲ ਹੈ, ਮੈਂ ਚੰਡੀ ਪ੍ਰਗਟ ਕਰ ਦੇਵਾਂਗਾ, ਪਰ ਉਸ ਵਾਸਤੇ ਪਹਿਲੀ ਗੱਲ ਜਿਹੜੀ ਇਹ ਹੈ ਕਿ ਬਹੁਤ ਸਾਰੇ ਧਨ ਦੀ ਜ਼ਰੂਰਤ ਹੈ। ਇਹ ਰਾਜਿਆਂ ਮਹਾਰਾਜਿਆਂ ਦਾ ਕੰਮ ਹੈ ਕਿ ਉਹ ਚੰਡੀ ਨੂੰ ਪ੍ਰਗਟ ਕਰਨ ਜਿਹੀ ਜੋ ਵਿਧੀ ਹੈ ਅਪਣਾਉਣ, ਕਿਉਂਕਿ ਇਹਦੇ ਉੱਤੇ ਖਰਚ ਬਹੁਤ ਹੁੰਦਾ ਹੈ। ਗੁਰੂ ਜੀ ਨੇ ਪੁੱਛਿਆ ਖਰਚ ਕਿੰਨਾ ਕੁ ਹੁੰਦਾ। ਉਹਨੇ ਕਿਹਾ ਵੀ ਲੱਖ ਰੁਪਏ ਤਾਂ ਸਾਨੂੰ ਹਵਨ ਵਾਸਤੇ ਜਿਹੜੀ ਸਮੱਗਰੀ ਹੈ ਉਸ ਵਾਸਤੇ ਚਾਹੀਦਾ। ਇਹ ਗੱਲ ਕਿੰਨੀ ਹੈ? ਅੱਜ ਤੋਂ 325 ਸਾਲ ਪਹਿਲਾਂ ਦੀ ਗੱਲ ਹੈ। ਲੱਖ ਰੁਪਏ ਦੀ ਸਮੱਗਰੀ ਔਰ ਲੱਖ ਰੁਪਏ ਮੇਰੀ ਭੇਟਾ ਵੀ ਹੋਏਗੀ। ਗੁਰੂ ਸਾਹਿਬ ਨੇ ਕਿਹਾ ਕੋਈ ਗੱਲ ਨਹੀਂ, ਤੂੰ ਲੱਖ ਦਾ 1.25 ਲੱਖ ਲਈ, ਪਰ ਦੇਵੀ ਨੂੰ ਪ੍ਰਗਟ ਕਰ ਦੇ। ਇਹ ਸਾਡਾ ਕਾਰਜ ਹੈ। ਪੈਸੇ ਤੈਨੂੰ ਅਸੀਂ ਦੇਵਾਂਗੇ ਔਰ ਸਮੱਗਰੀ ਵੀ ਤੂੰ ਖੁੱਲ੍ਹੇ ਦਿਲ ਨਾਲ ਮੰਗਵਾ, ਕੋਈ ਗੱਲ ਨਹੀਂ। ਲੱਖ ਦਾ 1.25 ਲੱਖ ਵੀ ਖਰਚ ਹੋ ਜਾਏ, ਕੋਈ ਗੱਲ ਨਹੀਂ, ਕਿਸੇ ਚੀਜ਼ ਦੀ ਟੋਟ ਨਹੀਂ ਆਉਣੀ ਚਾਹੀਦੀ। ਪੰਡਤ ਬੜਾ ਖੁਸ਼ ਹੋਇਆ ਆਪਣੇ ਆਪ 'ਚ ਕਿ ਯਾਰ ਕਮਾਲ ਹੈ। ਮੈਂ ਤਾਂ ਸੋਚਿਆ ਵੀ ਇਹਨਾਂ ਕੋਲ ਕੋਈ ਜੋ ਹੈ ਆਮਦਨ ਦਾ ਸਾਧਨ ਨਹੀਂ ਹੈ, ਕੋਈ ਜ਼ਮੀਨ ਦਾ ਕਰ ਨਹੀਂ ਆਉਂਦਾ, ਇਹ ਪੈਸੇ ਕਿੱਥੋਂ ਦੇਣਗੇ। ਇਹ ਤਾਂ ਆਰਾਮ ਨਾਲ ਮੰਨ ਗਏ ਕਿ ਜਿੰਨਾ ਮਰਜ਼ੀ ਪੈਸਾ ਲਓ। ਅੰਦਰ ਅੰਦਰ ਉਹ ਆਪਣੇ ਲੱਡੂ ਭੋਰ ਰਿਹਾ ਸੀ ਕਿ ਚੰਗੀ ਸਾਮੀ ਹੱਥ ਆਈ ਹੈ ਅਤੇ ਹੁਣ ਵਾਹਵਾ ਆਪਾਂ ਆਪਣੇ ਹੱਥ ਰੰਗਾਂਗੇ। ਫਿਰ ਉਹ ਜੋ ਹੈ ਚੰਡੀ ਪ੍ਰਗਟ ਕਰਨ ਲਈ ਤਿਆਰੀ ਲਈ ਗੁਰੂ ਸਾਹਿਬ ਨੂੰ ਇੰਸਟਰਕਸ਼ਨਾਂ ਦੇਣ ਲੱਗਾ ਵੀ ਤਿਆਰੀ ਜਿਹੜੀ ਕਰਨੀ ਹੈ ਉਹਦੇ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਕਿ ਬੰਦੇ ਨੂੰ ਬੜਾ ਹੀ ਸੰਜਮ ਵਿੱਚ ਰਹਿਣਾ ਪੈਂਦਾ। ਉਸ ਲਈ ਬੰਦੇ ਨੂੰ ਜਿਹੜੀ ਮੁੱਖ ਗੱਲ ਉਸਨੇ ਦੱਸੀ ਕਿ ਉਹ ਕਾਮ ਵਾਸਨਾ ਤੋਂ, ਗ੍ਰਸਤ ਤੋਂ ਦੂਰ ਰਹਿਣਾ ਪੈਂਦਾ, ਜਤੀ ਸਤੀ ਹੋਣਾ ਚਾਹੀਦਾ। ਹੁਣ ਇੱਥੇ ਜਿਹੜਾ ਇੱਕ ਤੁਹਾਨੂੰ ਨੁਕਤਾ ਦੱਸਣਾ, ਥੋੜ੍ਹਾ ਜਿਹਾ ਸਹਿਜ ਨਾਲ ਧਿਆਨ ਨਾਲ ਸੁਣਨਾ, ਕਿਉਂਕਿ ਜਿੱਦਾਂ ਮੋਰਚੇ ਵਿੱਚ ਹੋਈਦਾ ਨਾ ਅੱਗੇ ਐਡਵਾਂਸ ਦੁਸ਼ਮਣ ਦੇ ਏਰੀਏ ਵਿੱਚ, ਮੰਨ ਲਓ ਸਾਡੀ ਫੌਜ ਨਫਰੀ ਥੋੜ੍ਹੀ ਹੈ, ਅਸੀਂ ਸਿੱਧੇ ਲੜਾਈ ਨਹੀਂ ਕਰ ਸਕਦੇ। ਸਾਨੂੰ ਪਤਾ ਹੁੰਦਾ ਕਿ ਲੜਾਈ ਕਰਾਂਗੇ ਤਾਂ ਸਾਡਾ ਨੁਕਸਾਨ ਹੋਣਾ। ਕਈ ਵਾਰੀ ਸਾਨੂੰ ਪਿੱਛੇ ਹਟਣਾ ਪੈਂਦਾ। ਅੱਗੇ ਅਸੀਂ ਆਪਣੇ ਇਲਾਕੇ ਵਿੱਚ ਮਾਈਨਸ ਫਿੱਟ ਕਰ ਦਿੰਦੇ ਨੇ। ਮਾਈਨਸ ਇੱਕ ਬੰਬ ਦੀ ਤਰ੍ਹਾਂ ਹੁੰਦੀਆਂ ਕਿ ਉਹਨਾਂ ਉੱਤੇ ਭਾਰ ਆਵੇ, ਉਹ ਅਲੱਗ-ਅਲੱਗ ਭਾਰਾਂ ਨਾਲ ਚੱਲਦੀਆਂ। ਕੁਝ ਤਾਂ ਬੰਦੇ ਦੇ ਪੈਰ ਰੱਖਣ ਨਾਲ ਚੱਲ ਜਾਂਦੀਆਂ, ਕੁਝ ਅਜਿਹੀਆਂ ਹੁੰਦੀਆਂ ਜੇ ਟੈਂਕ ਲੰਘੇ ਤਾਂ ਚੱਲਣਾ। ਅਲੱਗ-ਅਲੱਗ ਉਹਨਾਂ ਦਾ ਡਿਗਰੀ ਹੁੰਦੀ ਹੈ। ਤਾਂ ਉਹ ਮਾਈਨਸ ਫਿੱਟ ਕਰ ਦਿੱਤੀਆਂ ਜਾਂਦੀਆਂ ਤਾਂ ਕਿ ਅਸੀਂ ਪਿੱਛੇ ਹਟ ਕੇ ਵੀ ਦੁਸ਼ਮਣ ਦਾ ਨੁਕਸਾਨ ਕਰਨਾ। ਇਸੇ ਤਰ੍ਹਾਂ ਇਹ ਜਿਹੜਾ ਲਿਖਾਰੀ ਹੈ ਕਵੀ ਸੰਤੋਖ ਸਿੰਘ, ਇਹੋ ਜਿਹੀਆਂ ਟੇਢੀਆਂ ਗੱਲਾਂ ਕਰਦਾ ਜਿਹੜੀਆਂ ਤੁਸੀਂ ਕਦੀ ਜ਼ਿੰਦਗੀ ਵਿੱਚ ਸੋਚੀਆਂ ਵੀ ਨਹੀਂ ਹੋਣੀਆਂ। ਔਰ ਮੈਨੂੰ ਸਮਝ ਨਹੀਂ ਆਉਂਦਾ ਇਹ ਜਿਹੜੇ ਵਿਦਵਾਨ ਇਸ ਵਿੱਚੋਂ ਕਥਾ ਕਰਦੇ ਨੇ ਕਿ ਉਹਨਾਂ ਦੇ ਨਜ਼ਰ ਵਿੱਚ ਇਹ ਗੱਲਾਂ ਨਹੀਂ ਆਉਂਦੀਆਂ। ਜਦੋਂ ਉਹ ਆਪਣੀਆਂ ਇੰਸਟਰਕਸ਼ਨਾਂ ਦੇ ਰਿਹਾ ਸੀ, ਆਪਣੇ ਇੱਕ ਇੱਕ ਪੁਆਇੰਟ ਦੱਸ ਰਿਹਾ ਸੀ ਕਿ ਦੇਵੀ ਪ੍ਰਗਟ ਕਰਨ ਲਈ ਆਹ ਕੰਮ ਉਸ ਬੰਦੇ ਨੂੰ ਕਰਨੇ ਪੈਣੇ ਆ ਜਿਹੜਾ ਦੇਵੀ ਪ੍ਰਗਟ ਕਰਨਾ ਚਾਹੁੰਦਾ। ਉਹਦੇ ਵਿੱਚੋਂ ਇੱਕ ਗੱਲ ਆਈ
कि वो जति सती मान लो उसने गृहस्थ तो दूर रहना है। उस वेले गुरु गोबिंद सिंह जी तो चुप है, गृहस्थ के संजम की गल कर रहा है, तो कौन बोल रहा? भाई दया राम। भाई दया राम जिहड़ी गल कर रहा, वो दया राम के मुख चों कवि संतोख सिंह कढवा रहा। दया राम जिहड़ा है वो कवि उन्होंने कह रहा है पंडित नूं, दया राम ने कहा गुरु जी ने 4 पुत्रां लई सिर्फ 4 वारी गृहस्थ कीता है। ये कवि गुरु साहब दे परसनल जाति जीवन दे अंदरलियां गल्लां, कोई पति पत्नी अपने कमरे विच अपने निवास विच की कर रहे हैं, ये तीजे बंदे नूं किवें पता लग गया? भाई दया राम दे नाल गुरु गोबिंद सिंह जी सलाही पए सन कि मैं तो सिर्फ औरत नूं 4 वारी मिलिया, जां किसने इस नूं दस्सिया? यार इहो जिहियां अश्लील हरकतां गल्लां ये ग्रंथ विच लिख रहा, और साडे सारे विद्वान उन्हां नूं किसी नूं कोई फर्क ही नहीं पिया। दया तीजा बंदा चौथे बंदे नूं दस रहा, वो इहो जे काम बारे जिहड़ा सिर्फ पति पत्नी तक सीमित हुंदा है, वो पर्दे विच हुंदा है। पर कवि दया भाई दया राम दे मुख विचों कहलवा रहा, गुरु गोबिंद राय ने सिर्फ 4 वार गृहस्थ कीता, वो भी 4 साहिबजादियां नूं पैदा करने। जे हाले भी तुहाडे दिमाग ते कोई असर नहीं हुंदा, हाले भी तुहानूं ये गल टुंबदी नहीं कि ये ग्रंथ दा करता बहुत ढीठ, बहुत गिरिया होया और सिੱਖੀ दा दुश्मन नंबर 1 है, तो भई फिर मैं की कर सकदा? मैं तो सिर्फ दस सकदा। सो अजिही गल पंडित नूं सारियां गल्लां दसियां, ते पंडित खुशी खुशी अपने घर चला गया, अपने निवास स्थान ते चला गया। अगले दिन फिर जो मीटिंग हुई, हुण इधर गुरु गोबिंद राय जी ने, क्योंकि पहले मेला हो के 2-3 दिन पहला मेला हो के हटिया सी, गुरु साहब ने कहा कि सारा चढ़ावा जिन्ना आया उसकी गिनती करके मैनू दिओ। वो सारी गिनती की गई, वो होया 9 लाख रुपया। अज तो 325 साल पहला, जे अज दे हिसाब नाल कीमत लावांगे शायद पंजाब दा बजट भी इन्ना ना होवे। पर गप्पां छड्डणियां जो मर्जी करी जो, 2.5 लाख पंडित नूं दे के तो देवी प्रगट करनी है सारी समग्री पा के, और 9 लाख रुपया एक दिन का चढ़ावा। कमाल दीयां गल्लां। खैर उदों बाद विच पंडित आया दरबार विच, तां सलाह होण लगी कि देवी दे सारा समान तो आ जाएगा, तो देवी प्रगट करन लई स्थान किहड़ा लभना है। और एक गल होर, गुरु गोबिंद सिंह जी के मुख विचों एक कढवा रहे ने, सानू गुरबाणी विच वार वार यही रिपीटडली वार वार समझाया जाता है कि सगन अपसगन चंगा माड़ा दिन कोई नहीं हुंदा, सारे दिन बराबर हैं। वो दिन माड़ा जिस दिन असी माड़े कर्म करते हैं, वो हर समा हर पल चंगा जदों असी गुरु दे हुक्म विच रह के जीवन बतीत करते हैं। अपने आप विच ना तो कोई दिन माड़ा हुंदा, ना कोई दिन चंगा हुंदा। सगन अपसगन तिस को लगे जिस चीज ना आवे। ये उन्हां लोकां लई है, पर गुरु गोबिंद सिंह जी लई ए चंगे माड़े दिन सगन अपसगन। ए गुरु गोबिंद सिंह दे मुख विचों की कढवा रहा कवि, नीको दिन अब लेहो विचार, प्रथम आरंभ लगे जब कार। गुरु गोबिंद सिंह दे मुख विचों कढवा रहा कि वो चंगे दिन की विचार कर लै, कढ लै, जिस दिन ये काम असी शुरू करना। ये 719 नंबर पन्ने ते जे किसी ने पढ़ना होवे, सूरज प्रकाश ग्रंथ पोथी नंबर 9
ਤੇ 719 ਨੰਬਰ ਪੰਨਾ ਤੇ 11 ਨੰਬਰ ਛੰਦ ਹੈ। ਆ ਸ਼ੁਭ ਦਿਨ ਕੱਢਣ ਲਈ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਪੰਡਿਤ ਕੇਸ਼ਵ ਦਾਸ ਨੂੰ। ਫਿਰ ਉਸਨੇ ਕੀ ਕੀਤਾ, ਬ੍ਰਾਹਮਣ ਨੇ ਪੱਤਰੀ ਕੱਢ ਕੇ ਵੀਰਵਾਰ ਦਾ ਦਿਨ ਕੱਢਿਆ। ਵਿਸਾਖ ਦਾ ਮਹੀਨਾ ਸੀ। ਵਿਸਾਖ ਦੇ ਮਹੀਨੇ ਵਿੱਚ ਇੱਕ ਵੀਰਵਾਰ ਵਾਲੇ ਦਿਨ ਉਹਨੇ ਕਿਹਾ ਵੀ ਇਹ ਸ਼ੁਭ ਦਿਨ ਆ, ਇਸ ਦਿਨ ਅਸੀਂ ਚੰਡੀ ਨੂੰ ਪ੍ਰਗਟ ਕਰਨ ਦੀ ਪੂਜਾ ਹਵਨ ਕਰਨਾ ਸ਼ੁਰੂ ਕਰਾਂਗੇ। ਹੁਣ ਤੁਸੀਂ ਗਿਣਤੀ ਕਰੀ ਜਾਓ ਕਿ ਕਿੰਨੀਆਂ ਕਿੰਨੀਆਂ ਮਨਮਤਾਂ ਇਸ ਪੂਰੇ ਪ੍ਰਸੰਗ ਵਿੱਚ ਇਸ ਕਵੀ ਨੇ ਲਿਖ ਛੱਡੀਆਂ ਨੇ। ਫਿਰ ਉਸ ਤੋਂ ਬਾਅਦ ਅਗਲਾ ਕੰਮ ਜਿਹੜਾ ਸੀ, ਰਸ ਲੈਣ ਲਈ ਸਿੰਘਾਂ ਨੂੰ ਭੇਜ ਦਿੱਤਾ, ਸਿੱਖਾਂ ਨੂੰ, ਉਹ ਰਸ ਲੈਣ ਚਲੇ ਗਏ। ਅਗਲਾ ਕੰਮ ਸੀ ਕਿ ਇਹ ਪੂਜਾ ਕਰਨੀ ਕਿੱਥੇ ਆ। ਕੇਸ਼ਵ ਦਾਸ ਨੇ ਕਿਹਾ ਕਿ ਨਵੇਕਲਾ ਸਥਾਨ ਚਾਹੀਦਾ ਜਿੱਥੇ ਕੋਈ ਆਵਾਜਾਈ ਨਾ ਹੋਵੇ। ਇੱਕ ਕਾਰਨ ਹੋਰ ਸੀ ਇਹਦਾ। ਉਹ ਕਾਰਨ ਇਹ ਸੀ ਕਿ ਮੁਗਲਾਂ ਦਾ ਰਾਜ ਸੀ, ਔਰੰਗਜ਼ੇਬ ਦੀ ਦਹਿਸ਼ਤ ਸੀ, ਔਰ ਪੰਡਿਤ ਨੇ ਇਹ ਕਿਹਾ ਵੀ ਜਿਹੜਾ ਔਰੰਗਜ਼ੇਬ ਹੈ ਉਹ ਨਹੀਂ ਚਾਹੁੰਦਾ ਕੋਈ ਇਸ ਤਰ੍ਹਾਂ ਦੇਵੀ ਨੂੰ ਪ੍ਰਗਟ ਕਰੇ, ਕਿਉਂਕਿ ਦੇਵੀ ਨੂੰ ਪ੍ਰਗਟ ਕਰਨ ਨਾਲ ਸ਼ਕਤੀ ਆਉਂਦੀ ਆ, ਔਰ ਸ਼ਕਤੀ ਆਉਣ ਨਾਲ ਫਿਰ ਰਾਜ ਨੂੰ ਖਤਰਾ ਹੁੰਦਾ। ਇਸ ਕਰਕੇ ਇਹੋ ਜਿਹਾ ਨਵੇਕਲਾ ਸਥਾਨ ਹੋਵੇ ਜਿੱਥੇ ਅਸੀਂ ਦੇਵੀ ਨੂੰ ਪ੍ਰਗਟ ਕਰੀਏ। ਹੁਣ ਗੱਲ ਆਉਂਦੀ ਉਸ ਸਥਾਨ ਦੀ। ਉਹ ਸਥਾਨ ਨੈਣਾ ਦੇਵੀ। ਨੈਣਾ ਦੇਵੀ ਦੀ ਅੱਗੇ ਫਿਰ ਕਹਾਣੀ ਲਿਖ ਦਿੱਤੀ ਕਿ ਨੈਣਾ ਦੇਵੀ ਦਾ ਟਿੱਲਾ, ਉਹ ਨੈਣਾ ਦੇਵੀ ਦਾ ਸਥਾਨ ਕਿਵੇਂ ਬਣਿਆ। ਉਹ ਕਹਿੰਦੇ ਜੀ ਇੱਕ ਗਾਂ ਸੀ ਜਿਹੜੀ ਕਪਲਾ ਗਾਂ ਦੇ ਵਰਗੀ ਸੀ, ਸਾਰੇ ਕਲਾ ਸੰਪੂਰਨ ਸੀ। ਉਹ ਹੋਰ ਗਾਈਆਂ ਨਾਲ ਪਹਾੜ ਉੱਤੇ ਚੁਗਣ ਜਾਇਆ ਕਰਦੀ ਸੀ। ਸ਼ਾਮ ਨੂੰ ਉਸ ਇੱਕ ਜਗ੍ਹਾ 'ਤੇ ਖਾਸ ਖੜੀ ਹੋ ਕੇ ਪਸਮ ਜਾਂਦੀ ਸੀ। ਉੱਥੇ ਆਪਣਾ ਸਾਰਾ ਦੁੱਧ ਜਿਹੜਾ ਉਹ ਜਗ੍ਹਾ 'ਤੇ ਉੱਥੇ ਪਾ ਦਿੰਦੀ ਸੀ, ਜਗ੍ਹਾ ਨੂੰ ਸਿੰਜ ਦਿੰਦੀ ਸੀ ਆਪਣੇ ਦੁੱਧ ਨਾਲ। ਉਹ ਗਾਂ ਜਦੋਂ ਵਾਪਸ ਆਉਂਦੀ ਸੀ ਆਪਣੇ ਮਾਲਕ ਕੋਲ, ਤੇ ਉਹ ਦੁੱਧ ਚੋਣ ਬਹਿੰਦਾ ਸੀ, ਦੁੱਧ ਉਸ ਨੂੰ ਮਿਲਦਾ ਨਹੀਂ ਸੀ। ਇੱਕ ਦਿਨ, 2 ਦਿਨ, ਰੋਜ਼ ਦਾ ਇਹ ਕੰਮ ਹੋਇਆ। ਉਸਨੇ ਲੋਕਾਂ ਨੂੰ ਪੁੱਛਿਆ ਵੀ ਇਹ ਚੌਣੇ 'ਚ ਚੁਗਣ ਜਾਂਦੀ ਹੈ, ਇਹਦਾ ਦੁੱਧ ਕੋਈ ਚੋਂਦਾ, ਪਰ ਉਸ ਨੂੰ ਕਿਤੋਂ ਕੋਈ ਭੇਤ ਨਾ ਲੱਗਾ। ਤੇ ਆਖਰ ਇੱਕ ਦਿਨ ਚੋਰੀ ਚੋਰੀ ਉਹ ਆਪਣੀ ਗਾਂ ਦੇ ਪਿੱਛੇ ਪਹਾੜ ਤੇ ਗਿਆ। ਉਹ ਕੀ ਦੇਖਦਾ, 3 ਪੈਰ ਤਾਂ ਆਰਾਮ ਨਾਲ ਨਿਕਲ ਗਏ। ਜੋ ਚੌਥੇ ਪੈਰ 'ਤੇ ਉਹ ਗਾਂ ਇੱਕ ਜਗ੍ਹਾ ਗਈ, ਉੱਥੇ ਪਸਮੀ ਤੇ ਉੱਥੇ ਆਪਣਾ ਦੁੱਧ ਸਾਰਾ ਦੁੱਧ ਨਾਲ ਸਿੰਜ ਦਿੱਤਾ ਥਾਂ। ਤੇ ਨੈਣਾ ਨੇ ਸਮਝਿਆ, ਨੈਣਾ ਉਹ ਮਾਲਕ ਸੀ ਗਾਂ ਦਾ ਜਿਸ ਦੀ ਉਹ ਗਾਂ ਸੀ। ਨੈਣਾ ਨੇ ਉਸ ਥਾਂ ਨੂੰ ਪ੍ਰਗਟ ਕਰ ਦਿੱਤਾ। ਉਸਨੂੰ ਉਸਨੇ ਕਾਲਕਾ ਚੰਡੀ ਦੇਵੀ ਦਾ ਸਥਾਨ ਹੋਣਾ ਪ੍ਰਸਿੱਧ ਕਰ ਦਿੱਤਾ ਵੀ ਇੱਥੇ ਦੇਵੀ ਦਾ ਸਥਾਨ ਹੈ। ਇਸ ਤਰ੍ਹਾਂ ਕਰਕੇ ਉਹ ਜਿਹੜਾ ਨੈਣਾ ਦੇਵੀ ਦਾ ਸਥਾਨ ਇਸ ਤਰ੍ਹਾਂ ਪ੍ਰਗਟ ਹੋਇਆ ਹੈ। ਹੁਣ ਉਹ ਸਥਾਨ ਜਦੋਂ ਪੰਡਿਤ ਨੂੰ ਦਿਖਾਇਆ ਗੁਰੂ ਸਾਹਿਬ ਨੇ ਤਾਂ ਉਸ ਨੂੰ ਪਸੰਦ ਆ ਗਿਆ। ਉੱਥੇ ਛੱਪਰ ਵਗੈਰਾ ਪਾ ਕੇ ਸਾਰਾ ਜੋ ਮਟੀਰੀਅਲ ਹੈ ਹਵਨ ਦਾ ਉੱਥੇ ਪਹੁੰਚਾਇਆ ਗਿਆ। ਉੱਥੇ ਮਟੀਰੀਅਲ ਪਹੁੰਚਾਉਣ ਦੇ ਬਾਅਦ ਵਿੱਚ ਪੰਡਿਤ ਜੀ ਤੇ ਗੁਰੂ ਸਾਹਿਬ ਉੱਥੇ ਪਹੁੰਚੇ। ਗੁਰੂ ਸਾਹਿਬ ਘੋੜੇ 'ਤੇ ਪਹੁੰਚੇ, ਬੜਾ ਕਠਿਨ ਰਸਤਾ ਸੀ, ਪਹੁੰਚੇ। ਔਰ ਇੱਕ ਗੱਲ ਹੋਰ, ਜਿਹੜਾ 1 ਸਵਾ ਲੱਖ ਰੁਪਈਆ ਪੰਡਿਤ ਕੇਸ਼ਵ ਦਾਸ ਨੇ ਗੁਰੂ ਜੀ ਤੋਂ ਲਿਆ, ਕੇਸ਼ਵ ਦਾਸ ਨੇ ਗੁਰੂ ਜੀ ਨੂੰ ਇੱਕ ਮੰਤਰ ਦਿੱਤਾ। ਉਹ 16 ਅੱਖਰਾਂ ਦਾ ਮੰਤਰ। ਮੰਤਰ ਕੀ ਹੈ ਦੇਖੋ, ਕਿੰਨਾ ਮਹਿੰਗਾ ਮੰਤਰ ਆ ਯਾਰ। 1 ਲੱਖ ਰੁਪਈਆ, ਅੱਜ ਤੋਂ 225 ਸਾਲ ਪਹਿਲਾਂ ਇਸ ਦੀ ਭੇਟਾ ਸੀ। ਉਹ ਕੀ ਮੰਤਰ ਹੈ, ਊਣ ਊਣ ਮੁਣ ਮੁਣ ਗੁਣ ਗੁਣ ਰੁਣ ਰੁਣ। ਊਣ ਊਣ ਮੁਣ ਮੁਣ ਗੁਣ ਗੁਣ ਰੁਣ ਰੁਣ। ਇਹ 16 ਅੱਖਰਾਂ ਦਾ ਮੰਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਕੇਸ਼ਵ ਦਾਸ ਬ੍ਰਾਹਮਣ ਨੇ ਦਿੱਤਾ। ਔਰ ਇਹ ਦੇਵੀ ਪ੍ਰਗਟ ਕਰਨ ਲਈ ਇਸ ਮੰਤਰ ਦਾ ਜਾਪ ਕਰਨਾ ਸੀ। ਹੁਣ ਸਾਰੇ ਉੱਥੇ ਪਹੁੰਚ ਗਏ। ਬਾਹਰ ਪਹਿਰਾ ਲਾ ਦਿੱਤਾ ਗਿਆ ਭਈ ਹੁਣ ਇੱਥੇ ਦੇਵੀ ਪ੍ਰਗਟ ਕਰਨੀ ਆ। 2 ਪੈਰ ਪਹਿਲਾਂ ਸ਼ੁਰੂ ਹੋਏ, ਫਿਰ 5 ਪੈਰ। ਇਸ ਤਰ੍ਹਾਂ ਕਰਦਿਆਂ ਕਰਦਿਆਂ ਬਹੁਤ ਲੰਮਾ ਸਮਾਂ ਉੱਥੇ ਦੇਵੀ ਪ੍ਰਗਟ ਕਰਨ ਨੂੰ
ਗੋਬਿੰਦ ਰਾਏ ਨੇ ਪੰਡਿਤ ਕੇਸ਼ਵ ਦਾਸ ਦੇ ਕਹਿਣ ਅਨੁਸਾਰ ਉੱਥੇ ਹਵਨ ਕੀਤਾ। ਹਵਨ ਇੰਨਾ ਲੰਮਾ ਉਹ ਸਮਾਂ ਵਧਾਉਂਦਾ ਗਿਆ, ਪਹਿਲਾਂ 2 ਪੈਰ, ਫਿਰ 3.5 ਪੈਰ, ਉਦੋਂ ਬਾਅਦ ਦੇ ਵਿੱਚ 5 ਪੈਰ, ਉਦੋਂ ਬਾਅਦ ਵਿੱਚ ਫਿਰ ਇੱਦਾਂ ਵੀ ਕਰ ਦਿੱਤੀ ਕਿ 36 ਘੰਟੇ ਇਕੱਠੇ ਹੀ ਇਹ ਜਿਹੜਾ ਹਵਨ 12 ਪੈਰ ਦਾ ਵੀ ਹਵਨ ਸ਼ੁਰੂ ਹੋ ਗਿਆ। ਗੁਰੂ ਸਾਹਿਬ ਬਹੁਤ ਘੱਟ ਖਾਂਦੇ ਪੀਂਦੇ ਸਨ, ਹਵਨ ਕਰਦੇ ਸਨ। ਉਹ ਜਿਹੜਾ ਉੱਥੋਂ ਧੂੰਆਂ ਨਿਕਲਦਾ ਸੀ ਨਾ, ਉਹ ਕਹਿੰਦੇ ਅਸਮਾਨ ਤੱਕ ਪਹੁੰਚ ਗਿਆ ਜਿੱਥੇ ਦੇਵਤੇ ਰਹਿੰਦੇ। ਮੰਨ ਲਓ ਇੱਕੋ ਹੀ ਸਿਸਟਮ ਦੇ ਵਿੱਚ ਕਿੰਨੀਆਂ ਮਨਮਤਾਂ ਸਾਡੇ ਵਿੱਚ ਵਾੜ ਦਿੱਤੀਆਂ ਵੀ ਦੇਵਤੇ ਕਿਤੇ ਅਸਮਾਨ ਵਿੱਚ ਰਹਿੰਦੇ ਨੇ। ਉਹ ਧੂਏ ਦਾ ਜਿਹੜਾ ਉਹ ਹਵਨ ਦਾ ਧੂਆਂ ਦੇਵਤਿਆਂ ਤੱਕ ਪੁੱਜ ਗਿਆ। ਇਹ ਵੀ ਹੁਣ ਸਿੱਖਾਂ ਨੂੰ ਮੰਨਣਾ ਪਏਗਾ ਵੀ ਦੇਵਤੇ ਆ, ਉਹ ਦੇਵਤੇ ਰਹਿੰਦੇ ਆ ਅਸਮਾਨ ਦੇ ਵਿੱਚ। ਹੋਰ ਪ੍ਰਗਟ ਕੀ ਕਰਨਾ ਸੀ? 8 ਬਾਹਾਂ ਵਾਲੀ ਦੇਵੀ ਦਾ ਪਹਿਲਾਂ ਆਰਾਧਨਾ ਕੀਤੀ, ਠੀਕ ਹੈ। 4 ਬਾਹਾਂ ਵਾਲੀ, ਸ਼ਾਸਤਰ ਧਾਰਨ ਕਰਨ ਵਾਲੀ, ਮੱਥੇ ਦੇ ਚੰਦਰਮਾ ਵਾਲੀ, ਪਹਿਲਾਂ ਇਸ ਦੀ 4 ਬਾਹਾਂ ਵਾਲੀ ਦੀ ਆਰਾਧਨਾ ਕੀਤੀ। ਉਸ ਤੋਂ ਬਾਅਦ 8 ਬਾਹਾਂ ਵਾਲੀ, ਲਾਲ ਅੱਖਾਂ ਵਾਲੀ ਦੇਵੀ ਦੀ ਆਰਾਧਨਾ ਕੀਤੀ। ਦੇਵੀ ਦਾ ਸਰੂਪ ਕੀ ਹੈ ਉਹ ਅਸੀਂ ਜਦੋਂ ਦੇਵੀ ਪ੍ਰਗਟ ਹੋਊ ਜਾਣਾਂਗੇ। ਕਿਉਂਕਿ ਸਾਡੇ ਜਿਹੜੇ ਸ਼ੈਤਾਨ ਪ੍ਰਚਾਰਕ ਨੇ ਉਹ ਕਹਿੰਦੇ ਨਹੀਂ ਜੀ ਦੇਵੀ ਇੱਕ ਸ਼ਕਤੀ ਹੈ। ਇਹ ਕੋਈ ਪੁੱਛਣ ਵਾਲਾ ਹੋਵੇ ਯਾਰ ਜਿਹੜੀ ਹਿੰਦੂਆਂ ਦੀ ਦੇਵੀ ਹੈ ਉਹ ਕੀ ਹੈ? ਆ ਸਾਰਾ ਵਜੂਦ 8 ਬਾਹਾਂ 4 ਬਾਹਾਂ ਕਿਹੜੀ ਸ਼ਕਤੀ ਦੀਆਂ? ਉਹ ਵੀ ਐਵੇਂ ਮੰਨਦੇ ਨੇ। ਫਿਰ ਸਿੱਖਾਂ ਵਿੱਚ ਤੇ ਹਿੰਦੂਆਂ ਵਿੱਚ ਕੀ ਫਰਕ ਹੈ? ਕਿਉਂ ਝੂਠ ਬੋਲਦੇ? ਫਿਰ ਖਾਲਸਾ ਪੰਥ ਨਿਰਮਲ ਨਿਰਾਲਾ ਹਿੰਦੂਆਂ ਨਾਲੋਂ ਅਲੱਗ ਹੈ। ਕਿਹੜੀ ਗੱਲ ਵਿੱਚ ਅਲੱਗ ਹੈ? ਜ਼ਰਾ ਸੋਚੋ। ਖੈਰ ਅੱਗੇ ਕੀ ਹੈ ਕਿ ਇੱਦਾਂ ਲਗਾਤਾਰ ਇਹ ਚੱਲਦਾ ਰਿਹਾ। ਇੱਕ ਦਿਨ ਗੁਰੂ ਸਾਹਿਬ ਲੌਡੇ ਵੇਲੇ ਸੁੱਤੇ ਉੱਠੇ ਔਰ ਗੱਲ ਫਿਰ ਉਹੀ ਕਿ ਗੁਰੂ ਜੀ ਉੱਠੇ, ਫਿਰ ਉਹਨਾਂ ਨੇ ਭੰਗ ਪੀਤੀ, ਫਿਰ ਉਹਨਾਂ ਨੇ ਅਫੀਮ ਖਾਧੀ। ਇਹ ਗੱਲ ਕਦੀ ਭੁੱਲਦਾ ਨਹੀਂ। ਬਈ ਸਿੱਖੋ ਕਿਤੇ ਐ ਨਾ ਕਿ ਉਹ ਭੁੱਲ ਨਾ ਜਾਇਓ, ਯਾਦ ਰੱਖੋ ਗੁਰੂ ਸਾਹਿਬ 2 ਵੇਲੇ ਭੰਗ ਤੇ ਅਫੀਮ ਛਕਦੇ ਸੀ। ਹੁਣ ਇੱਥੇ ਇਹ ਨਹੀਂ ਲਿਖਿਆ ਜਦੋਂ 36 ਘੰਟੇ ਹਵਨ ਕੀਤਾ ਉਦੋਂ ਕੀ ਕੀਤਾ, ਉਹ ਨੁਕਤਾ ਕਵੀ ਨੇ ਨਹੀਂ ਲਿਖਿਆ। ਬਾਕੀ ਭੰਗ ਅਫੀਮ ਛਕਾਉਣ ਨੂੰ ਗੁਰੂ ਸਾਹਿਬ ਨੇ ਭੰਗ ਪੀਤੀ, ਅਫੀਮ ਖਾਧੀ, ਤਿਆਰ ਵਾਰ ਨਹਾਤੇ ਧੋਤੇ ਤੇ ਤਿਆਰ ਹੋ ਕੇ ਘੋੜੇ ਤੇ ਸਵਾਰ ਹੋ ਕੇ ਅਸਤਰ ਸ਼ਸਤਰ ਪਾ ਕੇ ਜੰਗਲ ਵਿੱਚ ਜਾ ਕੇ ਤਾਂ ਸ਼ਿਕਾਰ ਕਰ ਲਏ। ਸ਼ਿਕਾਰ ਕਰਕੇ ਜਦੋਂ ਵਾਪਸ ਆਏ ਬਹੁਤ ਸਾਰੇ ਜਾਨਵਰ ਚਿੱਤਰੇ ਵਗੈਰਾ ਮਾਰੇ। ਪੰਡਿਤ ਨੇ ਦੇਖਿਆ ਕਿ ਗੁਰੂ ਸਾਹਿਬ ਸ਼ਿਕਾਰ ਕਰਕੇ ਆਏ, ਤਾਂ ਪੰਡਿਤ ਨੇ ਗੁਰੂ ਸਾਹਿਬ ਦੇ ਅੱਗੇ ਬੇਨਤੀ ਕੀਤੀ ਵੀ ਤੁਸੀਂ ਸਭ ਕੁਝ ਜਾਣਦੇ ਹੋ, ਸਮਝਦਾਰ ਹੋ, ਪਰ ਮੈਂ ਆਪਣੀ ਡਿਊਟੀ ਪੂਰੀ ਕਰਨੀ ਹੈ। ਮੈਂ ਦੱਸਣਾ ਹੈ ਵੀ ਐਡਾ ਨੇਕ ਕੰਮ ਕਰਦੇ ਕਰਦੇ ਤੁਸੀਂ ਆ ਜੀਵ ਹੱਤਿਆ ਕਰ ਲਈ। ਹਾਲਾਂਕਿ ਉਹ ਦੇਵੀ ਤਾਂ ਖੂਨ ਪੀਣ ਵਾਲੀ ਜਿਹੜੀ ਪ੍ਰਗਟ ਕਰਨੀ ਆ ਕਾਲੀ ਮਾਤਾ, ਪਰ ਪਤਾ ਨਹੀਂ ਇੱਥੇ ਵੈਸ਼ਨੂ ਹੋ ਗਿਆ ਹੁਣ ਪੰਡਿਤ ਵੀ ਇਹ ਤਾਂ ਜੀਵ ਹੱਤਿਆ ਮੰਨਾ। ਜਦੋਂ ਗੁਰੂ ਸਾਹਿਬ ਨੂੰ ਇੰਨੀ ਗੱਲ ਕਹੀ, ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਕਿਹਾ ਸਾਰੇ ਜਾਨਵਰਾਂ ਨੂੰ ਛੱਡ ਦਿਓ। ਉਹ ਮਰੇ ਹੋਏ ਸਾਰੇ ਜਾਨਵਰ ਜਿੰਦੇ ਹੋ ਗਏ, ਉਹ ਕੋਈ ਉੜ ਗਏ, ਕੁਝ ਭੱਜ ਗਏ। ਆਹ ਹੈ ਸਾਡੀ ਸਿੱਖੀ, ਆਹ ਸਾਡਾ ਸਿੱਖ ਇਤਿਹਾਸ ਹੈ। ਇਹ ਹੈ ਕਵੀ ਸੰਤੋਖ ਸਿੰਘ। ਆਹ ਅਸੀਂ ਸਿੱਖ ਦਲੇਰ ਗੁਰੂ ਦੇ ਬੈਠੇ ਹਾਂ ਜਿਨ੍ਹਾਂ ਨੂੰ ਹਮੇਸ਼ਾ ਜਾਗਦੇ ਰਹਿਣ ਲਈ ਕਿਹਾ ਸੀ। ਹੁਣ ਮਰ ਜਾਓ ਚਿੜੀਓ, ਜੀ ਜਾਓ ਚਿੜੀਓ, ਜਾਨਵਰਾਂ ਨੂੰ ਮਾਰ ਲਿਆ ਹੈ। ਹੁਣ ਪੰਡਤ ਦੇ ਕਹਿਣ 'ਤੇ ਜਾਨਵਰਾਂ ਨੂੰ ਜਿਉਂਦਾ ਕਰ ਦਿੱਤਾ। ਸੋ ਅੱਗੇ ਜਿਹੜੀ ਗੱਲ ਅਸੀਂ ਕਰਨੀ ਹੈ, ਇਸ ਤਰ੍ਹਾਂ ਕਰਕੇ ਗੁਰੂ ਸਾਹਿਬ 5 ਮਹੀਨੇ ਲਗਾਤਾਰ ਇਹ ਦੇਵੀ ਨੂੰ ਪ੍ਰਗਟ ਕਰਨ ਦਾ ਉਪਰਾਲਾ ਕਰਦੇ ਰਹੇ। ਇੱਕ ਦਿਨ ਰਾਤ ਨੂੰ ਦੇਵੀ ਮਾਤਾ
ਸੁਪਨੇ ਵਿੱਚ ਆਏ। ਰਾਤ ਸਮੇਂ ਦੇਵੀ ਦੇ ਦਰਸ਼ਨ ਹੋਏ। ਜਗ ਮਾਤਾ ਨੇ ਆਪਣੇ ਆਉਣ ਬਾਰੇ ਦੱਸ ਦਿੱਤਾ। ਜਗ ਮਾਤਾ ਨੇ ਇਹ ਕਿਹਾ, ਉਦਣ ਵੀ ਕੀ ਹੋਇਆ, ਸਵੇਰੇ ਉੱਠ ਕੇ ਫਿਰ ਗੁਰੂ ਜੀ ਨੇ ਸਵੇਰੇ ਉੱਠ ਕੇ ਸੁੱਖਾ ਭੰਗ ਅਤੇ ਅਫੀਮ ਛਕੀ। ਮਤਲਬ ਇਹ ਜਿਹੜੀਆਂ ਗੱਲਾਂ ਵਾਰ ਦੱਸ ਰਿਹਾ। ਇਹ ਗ੍ਰੰਥ ਕਹਿੰਦੇ ਬਹੁਤ ਵੱਡਾ ਮਹਾਨ ਕਵਿਤਾ ਬਹੁਤ ਸੋਹਣੀ ਲਿਖੀ ਆ। ਆਹ ਕੁਝ ਲਿਖਿਆ ਹੋਇਆ, ਆਹ 60 ਅੰਕ ਅਜਿਹੇ ਹੀ ਲਿਖੇ ਹੋਏ ਨੇ। ਸੋ ਆਓ ਫਿਰ ਰਾਤ ਸਮੇਂ ਦੇਵੀ ਨੇ ਆ ਕੇ ਸੁਪਨੇ ਵਿੱਚ ਕਿਹਾ ਕਿ ਮੈਂ ਆਵਾਂਗੇ। ਜਦੋਂ ਇਹ ਗੱਲ ਪੰਡਿਤ ਕੇਸ਼ਵ ਦਾਸ ਬ੍ਰਾਹਮਣ ਨੂੰ ਦੱਸੀ ਗੁਰੂ ਸਾਹਿਬ ਨੇ, ਉਹ ਬੜਾ ਖੁਸ਼ ਹੋਇਆ ਕਿ ਹੁਣ ਦੇਵੀ ਪ੍ਰਗਟ ਹੋਣ ਵਾਲੀ ਹੈ। ਫਿਰ ਇਹ ਲਗਾਤਾਰ ਚੱਲਦਾ ਰਿਹਾ। ਇਹ ਸਾਰਾ ਜਿਹੜਾ ਹਵਨ ਹੈ ਇਹ 11 ਮਹੀਨੇ ਚੱਲਿਆ। ਸਨ 1697 ਦੇ ਵਿਸਾਖ ਮਹੀਨੇ ਤੋਂ ਲੈ ਕੇ ਅੱਗੇ 11 ਮਹੀਨੇ ਉਹ ਫਿਰ ਇਹ ਜਿਹੜਾ ਹੈ ਉੱਥੇ ਦੇਵੀ ਦਾ ਹਵਨ, ਦੇਵੀ ਦੀ ਪੂਜਾ ਚੱਲਦੀ ਰਹੀ। ਆਖਰ ਇੱਕ ਦਿਨ ਕੀ ਹੋਇਆ ਕਿ ਬਹੁਤ ਸਾਰਾ ਭੁਚਾਲ ਆਇਆ। ਬਿਜਲੀ ਲਚਕ ਰਹੀ ਸੀ, ਧਰਤੀ ਕੰਬ ਰਹੀ ਸੀ, ਪਹਾੜ ਦੀਆਂ ਟੀਸੀਆਂ ਟੁੱਟ ਰਹੀਆਂ ਸਨ। ਤਾਂ ਫਿਰ ਕੀ ਹੋਇਆ, ਅਚਾਨਕ ਪੰਡਿਤ ਜਿਹੜਾ ਡਰ ਗਿਆ। ਪੰਡਿਤ ਉੱਥੋਂ ਡਰ ਕੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਕਿ ਮੈਨੂੰ ਦਿਨੇ ਹੀ ਦੇਵੀ ਨੇ ਇਹ ਸੁਪਨੇ ਵਿੱਚ ਦੱਸਿਆ ਕਿ ਕੁਛ ਸਮਾਨ ਚਾਹੀਦਾ ਹੈ, ਕੁਛ ਸਮਾਨ ਚਾਹੀਦਾ ਹੈ, ਉਹ ਸਮਾਨ ਮੈਂ ਲੈ ਕੇ ਆਉਣਾ ਹਾਂ। ਭਾਵ ਪੰਡਿਤ ਡਰ ਗਿਆ ਵੀ ਹੁਣ ਤਾਂ ਦੇਵੀ ਪ੍ਰਗਟ ਹੋਣ ਵਾਲੀ ਹੈ, ਪਤਾ ਨਹੀਂ ਹੁਣ ਕੀ ਹੋਊਗਾ। ਤੇ ਉਹ ਸਮਾਨ ਲੈਣ ਗਿਆ, ਉੱਥੋਂ ਪਹਾੜ ਤੋਂ ਥੱਲੇ ਉਤਰ ਆਇਆ। ਫਿਰ ਕਹਿੰਦੇ ਨੇ ਦੇਵੀ ਜਿਹੜੀ ਆ ਉਹ ਪ੍ਰਗਟ ਹੋਈ ਹੈ। ਹੁਣ ਇਹ ਜਿਹੜਾ ਦੇਵੀ ਪ੍ਰਗਟ ਹੋਣ ਦਾ ਪੂਰਾ ਪ੍ਰਸੰਗ ਹੈ ਉਹ ਅਸੀਂ ਅਗਲੀ ਵੀਡੀਓ ਵਿੱਚ ਕਰਾਂਗੇ, ਕਿਉਂਕਿ ਵੀਡੀਓ ਲੰਮੀ ਹੋ ਜਾਂਦੀ ਆ, ਫਿਰ ਦੇਖਣੀ ਸਮਝਣੀ ਔਖੀ ਹੁੰਦੀ ਆ। ਤਾਂ ਅਸੀਂ ਦੇਖ ਲਿਆ ਕਿ ਦੇਵੀ ਪ੍ਰਗਟ ਹੋਣ ਵਾਲੀ ਹੈ। ਭੁਚਾਲ ਆਇਆ, ਕਹਿੰਦੇ ਚਾਰੋਂ ਪਾਸੋਂ ਤੋਂ ਤੇਜ਼ ਹਵਾਵਾਂ ਚੱਲ ਰਹੀਆਂ ਸਨ, ਬਿਜਲੀ ਲਿਚਕ ਰਹੀ ਸੀ, ਪਹਾੜ ਕੰਬ ਰਹੇ ਸਨ ਤੇ ਦੇਵੀ ਪ੍ਰਗਟ ਹੋਣ ਲੱਗੀ ਸੀ। ਉਦੋਂ ਪੰਡਿਤ ਕੇਸ਼ਵ ਦਾਸ ਉੱਥੋਂ ਥੱਲੇ ਉਤਰ ਆਇਆ। ਗੁਰੂ ਗੋਬਿੰਦ ਸਿੰਘ ਜੀ ਉੱਥੇ ਇਕੱਲੇ ਹਵਨ ਕਰ ਰਹੇ ਹਨ। ਅਗਲੀ ਵੀਡੀਓ ਵਿੱਚ ਅਸੀਂ ਵਿਚਾਰਾਂਗੇ ਕਿ ਦੇਵੀ ਪ੍ਰਗਟ ਹੋਈ ਤਾਂ ਕੀ ਕੁਝ ਹੋਇਆ, ਦੇਵੀ ਦੀ ਸ਼ਕਲ ਸੂਰਤ ਕਿਹੋ ਜਿਹੀ ਸੀ, ਉਹ ਅਸੀਂ ਅੱਗੇ ਵਿਚਾਰ ਕਰਾਂਗੇ। ਅੱਜ ਦੇ ਵਿਚਾਰ ਅਸੀਂ ਇੱਥੇ ਸੰਕੋਚਦੇ ਹਾਂ। ਵਿਚਾਰ ਕਰਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ, ਮਾफ़ ਕਰਨਾ। ਅੱਗੇ ਤੋਂ ਕੋਸ਼ਿਸ਼ ਕਰਾਂਗੇ ਕੋਈ ਗਲਤੀ ਨਾ ਹੋਵੇ। ਉਹੀ ਬੇਨਤੀ ਵਾਰ-ਵਾਰ, ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਸਾਂਝਾ ਕਰੋ, ਪਸੰਦ ਕਰੋ। ਆਓ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।